13 ਅਪ੍ਰੈਲ 1970 ਧਰਤੀ ਤੋਂ ਤਕਰੀਬਨ 3 ਲੱਖ ਕਿਲੋਮੀਟਰ ਦੀ ਦੂਰੀ ਤੇ ਜਦੋਂ ਅਪੋਲੋ 13 ਸਪੇਸਕ੍ਰਾਫਟ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਤਾਂ ਇਸ ਸਪੇਸਕ੍ਰਾਫਟ ਦੇ ਵਿੱਚ 3 ਐਸਟਰੋਨੌਟ ਬੈਠੇ ਸੀ ਜਿਨ੍ਹਾਂ ਨੇ ਕਿ ਚੰਦ ਦੇ ਉੱਪਰ ਲੈਂਡ ਕਰਨਾ ਸੀ। ਹਾਲਾਂਕਿ ਅਪੋਲੋ 13 ਮਿਸ਼ਨ ਤੋਂ ਪਹਿਲਾਂ ਨਾਸਾ ਸਕਸੈਸਫੁਲੀ 2 ਮੂਨ ਮਿਸ਼ਨ ਕਰ ਚੁੱਕਾ ਸੀ, ਪਰ ਅਪੋਲੋ 13 ਦੇ ਵਿੱਚ ਇੱਕ ਧਮਾਕਾ ਹੋਣ ਦੇ ਕਰਕੇ ਨਾਸਾ ਨੂੰ ਇਹ ਮਿਸ਼ਨ ਵਿਚਾਲੇ ਰੋਕਣਾ ਪੈ ਰਿਹਾ ਸੀ। ਪਰ ਨਾਸਾ ਦੇ ਸਾਹਮਣੇ ਹੁਣ ਬਹੁਤ ਵੱਡੀ ਚੁਣੌਤੀ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਐਸਟਰੋਨੌਟ ਧਰਤੀ ਤੋਂ ਤਕਰੀਬਨ 3 ਲੱਖ ਕਿਲੋਮੀਟਰ ਦੂਰ ਆ ਉਹਨਾਂ ਨੂੰ ਵਾਪਸ ਧਰਤੀ ਤੇ ਲਿਆਂਦਾ ਜਾਵੇ, ਕਿਉਂਕਿ ਇੱਕ ਤਾਂ ਇਸ ਸਪੇਸਕ੍ਰਾਫਟ ਦੇ ਵਿੱਚ ਅੱਗ ਲੱਗ ਗਈ ਸੀ ਤੇ ਜਿਹੜੀ ਅੱਗ ਲੱਗੀ ਸੀ ਉਹ ਵੀ ਆਕਸੀਜਨ ਟੈਂਕਾਂ ਦੇ ਵਿੱਚ ਲੱਗੀ ਸੀ ਤੇ ਇਹ ਉਹੀ ਆਕਸੀਜਨ ਟੈਂਕ ਸੀ ਜਿਹੜੇ ਕਿ ਇਹਨਾਂ ਯਾਤਰੀਆਂ ਦੇ ਲਈ ਆਕਸੀਜਨ ਦਾ ਬੰਦੋਬਸਤ ਕਰਦੇ ਸੀ ਤੇ ਜਿਹਦੇ ਕਰਕੇ ਇਸ ਸਪੇਸਕ੍ਰਾਫਟ ਦੇ ਵਿੱਚ ਅੱਗ ਲੱਗਣ ਦੇ ਕਰਕੇ ਆਕਸੀਜਨ ਦੀ ਮਾਤਰਾ ਲਗਾਤਾਰ ਘਟਣ ਲੱਗ ਜਾਂਦੀ ਆ ਤੇ ਇਸ ਤਰੀਕੇ ਦੇ ਨਾਲ ਲਗਾਤਾਰ ਘਟ ਰਹੀ ਆਕਸੀਜਨ ਦੇ ਕਰਕੇ ਚੰਦ ਦੇ ਉੱਪਰ ਲੈਂਡ ਕਰਨਾ ਦਾ ਟੋਟਲੀ ਇੰਪੋਸੀਬਲ ਸੀ, ਜਿਹਦੇ ਕਰਕੇ ਨਾਸਾ ਦੇ ਸਾਹਮਣੇ ਇਹ ਵੱਡੀ ਚੁਣੌਤੀ ਸੀ ਇਹਨਾਂ ਨੂੰ ਵਾਪਸ ਧਰਤੀ ਦੇ ਉੱਪਰ ਲੈ ਕੇ ਆਉਣ ਦੀ। ਤੇ ਕਿਸ ਤਰੀਕੇ ਦੇ ਨਾਲ ਨਾਸਾ ਮਿਸ਼ਨ ਕੰਟਰੋਲ ਇਹਨਾਂ ਯਾਤਰੀਆਂ ਦੇ ਲਈ ਆਕਸੀਜਨ ਦਾ ਬੰਦੋਬਸਤ ਕਰਦਾ, ਕਿਸ ਤਰੀਕੇ ਦੇ ਨਾਲ ਇਹਨਾਂ ਯਾਤਰੀਆਂ ਨੂੰ ਸਹੀ ਸਲਾਮਤ ਸਹੀ 3 ਦਿਨਾਂ ਦੇ ਬਾਅਦ ਧਰਤੀ ਦੇ ਉੱਪਰ ਲੈ ਕੇ ਆਇਆ ਜਾਂਦਾ। ਅੱਜ ਦੀ ਬਹੁਤ ਹੀ ਇੰਟਰਸਟਿੰਗ ਵੀਡੀਓ ਦੇ ਵਿੱਚ ਆਪਾਂ ਨਾਸਾ ਦੇ ਅਪੋਲੋ 13 ਮਿਸ਼ਨ ਦੇ ਬਾਰੇ ਗੱਲ ਕਰਾਂਗੇ। Houston, we have a problem. We have a main bus B undervolt. ਸੋ ਆਪਣੀ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1962 ਤੋਂ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਇੱਕ ਅਨਾਉਂਸਮੈਂਟ ਕਰਦੇ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਉਹ ਇਸ ਦਹਾਕੇ ਦੇ ਐਂਡ ਤੱਕ ਆਪਦੇ ਦੇਸ਼ ਦੇ ਨਾਗਰਿਕਾਂ ਨੂੰ ਚੰਦਰਮਾ ਤੱਕ ਪਹੁੰਚਾਉਣਗੇ। ਤੇ ਇਸ ਅਨਾਉਂਸਮੈਂਟ ਦੇ ਥੋੜੇ ਸਮੇਂ ਬਾਅਦ ਹੀ ਨਾਸਾ ਲਗਾਤਾਰ ਇਹ ਐਕਸਪੈਰੀਮੈਂਟ ਕਰਨ ਲੱਗ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਇਨਸਾਨਾਂ ਨੂੰ ਚੰਦਰਮਾ ਤੱਕ ਪਹੁੰਚਾਇਆ ਜਾਵੇ। ਤੇ ਸਾਲ 1969 ਦੇ ਵਿੱਚ ਪਹਿਲੀ ਵਾਰੀ ਨੀਲ ਆਰਮਸਟਰੌਂਗ ਤੇ ਬਜ਼ ਆਲਡਰਿਨ ਨੂੰ ਚੰਦਰਮਾ ਦੇ ਉੱਪਰ ਪਹੁੰਚਾਇਆ ਜਾਂਦਾ। ਅਪੋਲੋ 11 ਸਕਸੈਸਫੁਲ ਮਿਸ਼ਨ ਤੋਂ ਬਾਅਦ ਨਾਸਾ ਅਪੋਲੋ 12 ਮਿਸ਼ਨ ਕਰਦਾ ਜਿਹਦੇ ਵਿੱਚ ਫਿਰ ਤੋਂ 2 ਐਸਟਰੋਨੌਟ ਨੂੰ ਚੰਦਰਮਾ ਤੱਕ ਪਹੁੰਚਾਇਆ ਜਾਂਦਾ ਤੇ ਇਸ ਤਰੀਕੇ ਦੇ ਨਾਲ ਲਗਾਤਾਰ 2 ਸਕਸੈਸਫੁਲ ਮਿਸ਼ਨ ਤੋਂ ਬਾਅਦ ਅਮਰੀਕਾ ਦੇ ਲੋਕਾਂ ਦੇ ਵਿੱਚ ਇਹਨਾਂ ਅਪੋਲੋ ਮਿਸ਼ਨ ਦੀ ਪਪੂਲੈਰਿਟੀ ਘਟ ਰਹੀ ਸੀ ਤੇ ਇਸ ਘਟ ਰਹੀ ਪਪੂਲੈਰਿਟੀ ਤੋਂ ਬਾਅਦ ਵੀ ਨਾਸਾ ਆਪਦੇ ਅਪੋਲੋ ਮਿਸ਼ਨ ਜਾਰੀ ਰੱਖਦਾ ਤੇ ਉਸ ਤੋਂ ਬਾਅਦ ਵਾਰੀ ਆਉਂਦੀ ਆ ਅਪੋਲੋ 13 ਮਿਸ਼ਨ ਦੀ। ਤੇ ਜਿਹੜਾ ਅਪੋਲੋ 11 ਮਿਸ਼ਨ ਹੋਇਆ ਸੀ ਜਦੋਂ ਚੰਦ ਦੇ ਉੱਪਰ ਪਹਿਲੀ ਵਾਰੀ ਆਪਣੇ ਕਦਮ ਰੱਖਦਾ ਨੀਲ ਆਰਮਸਟਰੌਂਗ ਤਾਂ ਇਸ ਨਜ਼ਾਰੇ ਨੂੰ ਲਾਈਵ ਟੀਵੀ ਦੇ ਉੱਪਰ 65 ਕਰੋੜ ਲੋਕ ਦੇਖ ਰਹੇ ਸੀ। ਪਰ ਜਦੋਂ ਹੀ ਅਪੋਲੋ 13 ਮਿਸ਼ਨ ਆਉਂਦਾ ਤਾਂ ਲੋਕ ਬਿਲਕੁਲ ਵੀ ਇੰਟਰਸਟ ਨਹੀਂ ਦਿਖਾਉਂਦੇ ਇਸ ਅਪੋਲੋ 13 ਮਿਸ਼ਨ ਦੇ ਵਿੱਚ। ਤੇ ਫਿਰ 11 ਅਪ੍ਰੈਲ 1970 ਨੂੰ ਨਾਸਾ ਅਪੋਲੋ 13 ਮਿਸ਼ਨ ਨੂੰ ਲਾਂਚ ਕਰਦਾ। ਇਸ ਮਿਸ਼ਨ ਦੇ ਵਿੱਚ ਵੀ 3 ਐਸਟਰੋਨੌਟ ਜਾ ਰਹੇ ਸੀ ਤੇ ਜਿਨ੍ਹਾਂ ਦੇ ਵਿੱਚੋਂ 2 ਇਨਸਾਨਾਂ ਨੇ ਚੰਦ ਦੇ ਉੱਪਰ ਫਿਰ ਤੋਂ ਲੈਂਡ ਕਰਨਾ ਸੀ। ਤੇ ਇਸ ਤਰੀਕੇ ਦੇ ਨਾਲ ਜਦੋਂ ਘਟ ਰਹੀ ਪਪੂਲੈਰਿਟੀ ਤੇ ਲੋਕਾਂ ਦੇ ਕ੍ਰਿਟਿਸਿਜ਼ਮ ਤੋਂ ਬਾਅਦ ਇਸ ਮਿਸ਼ਨ ਨੂੰ ਲਾਂਚ ਕੀਤਾ ਜਾਂਦਾ ਤਾਂ ਲੋਕ ਬਿਲਕੁਲ ਵੀ ਇਹਦੇ ਵਿੱਚ ਜਦੋਂ ਆਪਦਾ ਇੰਟਰਸਟ ਨਹੀਂ ਦਿਖਾ ਰਹੇ ਹੁੰਦੇ ਤਾਂ ਇਸ ਮਿਸ਼ਨ ਦੇ ਤਕਰੀਬਨ ਲਾਂਚ ਹੋਣ ਤੋਂ 56 ਘੰਟਿਆਂ ਬਾਅਦ ਇਹਦੇ ਨਾਲ ਇੱਕ ਅਜਿਹੀ ਘਟਨਾ ਹੁੰਦੀ ਆ ਕਿ ਇਸ ਘਟਨਾ ਤੋਂ ਬਾਅਦ ਆਉਣ ਵਾਲੇ 4 ਦਿਨਾਂ ਤੱਕ ਲੋਕ ਅਖਬਾਰਾਂ ਦੇ ਵਿੱਚ ਰੇਡੀਓ ਦੇ ਉੱਪਰ ਤੇ ਲਗਾਤਾਰ ਟੀਵੀ ਦੇ ਉੱਪਰ ਇਸ ਮਿਸ਼ਨ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ। ਕੀ ਹੁੰਦਾ ਸੀ ਇਸ ਮਿਸ਼ਨ ਦੇ ਨਾਲ ਜੇਕਰ ਇਹਦੇ ਬਾਰੇ ਗੱਲ ਕਰੀਏ ਤਾਂ ਇਹ ਜਿਹੜੀ ਘਟਨਾ ਹੋਈ ਸੀ ਇਹਨੂੰ ਜਾਣਨ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਪੈਣਾ ਕਿ ਜਿਹੜਾ ਇਹ ਮਿਸ਼ਨ ਕੀਤਾ ਜਾ ਰਿਹਾ ਸੀ ਅਪੋਲੋ 13 ਇਹਦਾ ਜਿਹੜਾ ਸਪੇਸਕ੍ਰਾਫਟ ਸੀ ਉਹ ਕਿਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਸੀ। ਅਪੋਲੋ ਸਪੇਸਕ੍ਰਾਫਟ ਬੇਸਿਕਲੀ 3 ਹਿੱਸਿਆਂ ਤੋਂ ਮਿਲ ਕੇ ਬਣਦਾ ਤੇ ਇਹਨਾਂ ਹਿੱਸਿਆਂ ਨੂੰ ਆਪਾਂ ਮੋਡਿਊਲ ਕਹਿੰਦੇ ਆ। ਪਹਿਲਾ ਹਿੱਸਾ ਜਿਹਨੂੰ ਆਪਾਂ ਲੂਨਰ ਮੋਡਿਊਲ ਕਹਿੰਦੇ ਆ, ਇਸ ਹਿੱਸੇ ਦੇ ਵਿੱਚ ਬਹਿ ਕੇ 2 ਐਸਟਰੋਨੌਟਸ ਚੰਦ ਦੇ ਉੱਪਰ ਲੈਂਡ ਕਰਦੇ ਆ ਤੇ ਲੂਨਰ ਮੋਡਿਊਲ ਦਾ ਕੰਮ ਬਸ ਇੰਨਾ ਕੁ ਹੁੰਦਾ ਸੀ ਕਿ ਜਦੋਂ ਚੰਦ ਦੇ ਆਰਬਿਟ ਦੇ ਵਿੱਚ ਇਹ ਸਪੇਸਕ੍ਰਾਫਟ ਚਲਾ ਜਾਂਦਾ ਤਾਂ ਸਪੇਸਕ੍ਰਾਫਟ ਤੋਂ ਅੱਡ ਹੋ ਕੇ ਇਹ ਚੰਦ ਦੇ ਉੱਪਰ ਲੈਂਡ ਕਰਦਾ ਤੇ ਉਦੋਂ ਬਾਅਦ ਐਸਟਰੋਨੌਟਸ ਨੂੰ ਜਦੋਂ ਆਪਦਾ ਮਿਸ਼ਨ ਪੂਰਾ ਕਰ ਲੈਂਦੇ ਤਾਂ ਇਹ ਲਿਫਟ ਕਰਕੇ ਵਾਪਸ ਤੋਂ ਚੰਦ ਦੇ ਆਰਬਿਟ ਦੇ ਵਿੱਚ ਆ ਕੇ ਸਪੇਸਕ੍ਰਾਫਟ ਦੇ ਨਾਲ ਜੁੜਦਾ ਸੀ। ਸਿਰਫ ਇਹਦਾ ਇੰਨਾ ਕੁ ਕੰਮ ਸੀ। ਪਰ ਇਸ ਮਿਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੂਨਰ ਮੋਡਿਊਲ ਇਹਨਾਂ ਸਾਰੇ ਐਸਟਰੋਨੌਟਸ ਦੀ ਜਾਨ ਬਚਾਉਂਦਾ ਇਹਦੇ ਬਾਰੇ ਅੱਗੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ। ਦੂਜੇ ਹਿੱਸੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਨੂੰ ਕਮਾਂਡ ਮੋਡਿਊਲ ਕਹਿੰਦੇ ਆ। ਇਹਦੇ ਵਿੱਚ ਹੀ ਬਹਿ ਕੇ ਧਰਤੀ ਤੋਂ ਚੰਦ ਤੱਕ ਤੇ ਚੰਦ ਤੋਂ ਧਰਤੀ ਤੱਕ ਵਾਪਸ ਜਿੰਨੀ ਵੀ ਇਹ ਦੂਰੀ ਆ ਇਹ ਸਾਰੀ ਐਸਟਰੋਨੌਟ ਇਹਦੇ ਵਿੱਚ ਬਹਿ ਕੇ ਪੂਰੀ ਕਰਦੇ ਆ। ਇਹਦੇ ਨਾਲ ਹੀ ਸਿਲੰਡਰ ਸ਼ੇਪ ਦਾ ਇੱਕ ਸਰਵਿਸ ਮੋਡਿਊਲ ਹੁੰਦਾ ਜਿਹਦੇ ਵਿੱਚ ਕਈ ਜ਼ਰੂਰੀ ਚੀਜ਼ਾਂ ਜਿਵੇਂ ਕਿ ਆਕਸੀਜਨ ਦੇ ਭਰੇ ਹੋਏ ਟੈਂਕ, ਪਾਣੀ ਵਗੈਰਾ ਹੁੰਦਾ। ਇਹਦੇ ਨਾਲ ਹੀ ਕਮਾਂਡ ਮੋਡਿਊਲ ਦੇ ਵਿੱਚ ਬੈਠੇ ਐਸਟਰੋਨੌਟ ਦੇ ਪਾਣੀ, ਬਿਜਲੀ ਤੇ ਆਕਸੀਜਨ ਦਾ ਬੰਦੋਬਸਤ ਇਸੇ ਹੀ ਸਰਵਿਸ ਮੋਡਿਊਲ ਦੇ ਵਿੱਚੋਂ ਕੀਤਾ ਜਾਂਦਾ ਤੇ ਇਹ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ ਐਸਟਰੋਨੌਟਸ ਨੂੰ ਜਿਉਂਦੇ ਰੱਖਣ ਦੇ ਲਈ, ਕਿਉਂਕਿ 8 ਤੋਂ 10 ਦਿਨਾਂ ਦਾ ਲੰਮਾ ਸਫ਼ਰ ਹੁੰਦਾ ਤੇ ਇਹ ਬਹੁਤ ਮਦਦ ਕਰਦਾ ਐਸਟਰੋਨੌਟ ਦੀ, ਜਿਹਦੇ ਕਰਕੇ ਇਹਨੂੰ ਸਰਵਿਸ ਮੋਡਿਊਲ ਕਿਹਾ ਜਾਂਦਾ। ਤੇ ਜਦੋਂ ਕੋਈ ਵੀ ਮੂਨ ਮਿਸ਼ਨ ਹੁੰਦਾ ਤਾਂ ਪਹਿਲਾਂ ਨਾਸਾ ਆਪਦੇ ਐਸਟਰੋਨੌਟਸ ਨੂੰ ਧਰਤੀ ਦੇ ਉੱਪਰ ਹੀ ਟ੍ਰੇਨਿੰਗ ਦਿੰਦਾ ਤੇ ਇਸ ਅਪੋਲੋ 13 ਤੋਂ ਪਹਿਲਾਂ ਵੀ ਐਸਟਰੋਨੌਟਸ ਦੀ ਟ੍ਰੇਨਿੰਗ ਹੁੰਦੀ ਆ ਜਿਨ੍ਹਾਂ
ਜਿਨ੍ਹਾਂ ਦੇ ਵਿੱਚ ਕਮਾਂਡਰ ਜਿਮ ਲੌਵੇਲ ਇਹਨਾਂ ਦੇ ਨਾਲ ਫਰੈਂਡ ਹੇਸ ਤੇ ਜੈਕ ਸਵਾਈਗਰ ਨੂੰ ਇਸ ਮਿਸ਼ਨ ਦੇ ਲਈ ਤਿਆਰ ਕੀਤਾ ਜਾਂਦਾ। 11 ਅਪ੍ਰੈਲ 1970 ਨੂੰ ਇਸ ਮਿਸ਼ਨ ਨੂੰ ਲਾਂਚ ਕੀਤਾ ਜਾਂਦਾ ਤੇ ਤਕਰੀਬਨ 3,84,000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਹਨਾਂ ਨੇ ਚੰਦ ਦੇ ਉੱਪਰ ਲੈਂਡ ਕਰਨਾ ਸੀ। ਲਾਂਚ ਦੇ ਤਕਰੀਬਨ 55 ਘੰਟਿਆਂ ਬਾਅਦ ਜਦੋਂ ਇਹ ਸਪੇਸਕ੍ਰਾਫਟ 3 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕਾ ਸੀ ਤਾਂ ਨਾਸਾ ਇਹਨਾਂ ਐਸਟਰੋਨੌਟਸ ਨੂੰ ਇੱਕ ਟੀਵੀ ਪ੍ਰੋਗਰਾਮ ਰਿਕਾਰਡ ਕਰਨ ਦੇ ਲਈ ਕਹਿੰਦੇ ਆ, ਜਿਹਦੇ ਵਿੱਚ ਕਿ ਇਹ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਆਪਦਾ ਜੀਵਨ ਬਤੀਤ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਇਹਨਾਂ ਦਾ ਸਫ਼ਰ ਬੀਤ ਰਿਹਾ, ਕਿਸ ਤਰੀਕੇ ਦੇ ਨਾਲ ਇਹ ਖਾਣਾ ਖਾਂਦੇ ਆ ਤੇ ਕਿਸ ਤਰੀਕੇ ਦੇ ਨਾਲ ਇਹ ਉਹਦੇ ਵਿੱਚ ਰਹਿੰਦੇ ਆ। ਇਹ ਸਾਰੀਆਂ ਚੀਜ਼ਾਂ ਦਿਖਾਉਂਦੇ ਆ, ਪਰ ਲੋਕਾਂ ਦੇ ਵਿੱਚ ਪਪੂਲੈਰਿਟੀ ਬਿਲਕੁਲ ਨਹੀਂ ਸੀ ਅਪੋਲੋ 13 ਨੂੰ ਲੈ ਕੇ, ਜਿਹਦੇ ਕਰਕੇ ਇਸ ਟੀਵੀ ਪ੍ਰੋਗਰਾਮ ਨੂੰ ਕੋਈ ਵੀ ਵੱਡਾ ਚੈਨਲ ਆਪਦੇ ਟੀਵੀ ਦੇ ਉੱਪਰ ਏਅਰ ਨਹੀਂ ਕਰਦਾ, ਜਾਣੀ ਕਿ ਉਹ ਆਪਦੇ ਟੀਵੀ ਦੇ ਉੱਪਰ ਇਸ ਦਾ ਬ੍ਰੌਡਕਾਸਟ ਨਹੀਂ ਕਰਦੇ। ਪਰ ਸਹੀ ਇਸ ਟੀਵੀ ਬ੍ਰੌਡਕਾਸਟ ਦੇ 9 ਮਿੰਟਾਂ ਬਾਅਦ ਇਸ ਸਪੇਸਕ੍ਰਾਫਟ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੁੰਦਾ। ਪਰ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਇਸ ਮਿਸ਼ਨ ਦੇ ਨਾਲ ਅਜਿਹਾ ਕੀ ਹੋਇਆ ਸੀ, ਤਾਂ ਜਦੋਂ ਹੀ ਟੀਵੀ ਬ੍ਰੌਡਕਾਸਟ ਐਂਡ ਹੁੰਦਾ ਤਾਂ ਕਮਾਂਡਰ ਜਿਮ ਲੌਵੇਲ ਧਰਤੀ ਦੇ ਬੈਠੇ ਲੋਕਾਂ ਨੂੰ ਗੁੱਡ ਨਾਈਟ ਕਹਿੰਦੇ ਆ ਤੇ ਉਦੋਂ ਬਾਅਦ ਉਹ ਨਾਸਾ ਮਿਸ਼ਨ ਕੰਟਰੋਲ ਦੇ ਨਾਲ ਗੱਲ ਕਰਨ ਲੱਗ ਜਾਂਦੇ ਆ, ਕਿਉਂਕਿ ਇਹ ਸਪੇਸਕ੍ਰਾਫਟ ਆਲਮੋਸਟ 3 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕਿਆ ਸੀ ਤੇ ਕੁਝ ਕੁ ਘੰਟਿਆਂ ਤੱਕ ਇਹ ਚੰਦ ਦੇ ਆਰਬਿਟ ਤੇ ਪਹੁੰਚਣ ਵਾਲੇ ਸੀ ਤੇ ਫਿਰ ਇਹਨਾਂ ਨੇ ਚੰਦ ਤੇ ਲੈਂਡ ਕਰਕੇ ਉਦੋਂ ਬਾਅਦ ਉੱਥੇ ਆਪਦੇ ਐਕਸਪੈਰੀਮੈਂਟ ਕਰਨੇ ਸੀ। ਤਾਂ ਕਰਕੇ ਜਿਹੜੇ ਐਸਟਰੋਨੌਟ ਸੀ, ਨਾਸਾ ਮਿਸ਼ਨ ਕੰਟਰੋਲ ਚਾਹੁੰਦਾ ਸੀ ਕਿ ਇਹਨਾਂ ਨੂੰ ਇਨਫ ਰੈਸਟ ਮਿਲ ਸਕੇ, ਕਿਉਂਕਿ ਲਗਾਤਾਰ 20 ਘੰਟੇ ਉਦੋਂ ਬਾਅਦ ਇਹਨਾਂ ਨੇ ਕੰਮ ਕਰਨਾ ਸੀ। ਤਾਂ ਕਰਕੇ ਇਹਨਾਂ ਨੂੰ ਸੌਣ ਜਾਣ ਤੋਂ ਪਹਿਲਾਂ ਨਾਸਾ ਮਿਸ਼ਨ ਕੰਟਰੋਲ ਵਾਲੇ ਕੁਝ ਕੁ ਡੇਲੀ ਰੂਟੀਨ ਦੇ ਕੰਮ ਕਰਨ ਦੇ ਲਈ ਕਹਿੰਦੇ ਆ, ਜਿਨ੍ਹਾਂ ਦੇ ਵਿੱਚ ਇੱਕ ਕ੍ਰਾਇਓਸਟਰ ਨਾਂ ਦਾ ਡੇਲੀ ਪ੍ਰੋਸੀਜਰ ਸੀ। ਕ੍ਰਾਇਓਸਟਰ ਕੀ ਹੁੰਦੇ ਆ, ਜੇਕਰ ਇਹਦੇ ਬਾਰੇ ਗੱਲ ਕਰੀਏ ਤਾਂ ਜਿਵੇਂ ਆਪਾਂ ਗੱਲ ਕੀਤੀ ਆ ਕਿ ਸਰਵਿਸ ਮੋਡਿਊਲ ਦੇ ਵਿੱਚ ਆਕਸੀਜਨ ਤੇ ਹਾਈਡਰੋਜਨ ਦੇ ਟੈਂਕ ਪਏ ਸੀ, ਕਿਉਂਕਿ ਸਪੇਸ ਦੇ ਵਿੱਚ ਬਿਲਕੁਲ ਟੈਂਪਰੇਚਰ ਲੋ ਹੁੰਦਾ ਤੇ ਇਹ ਜਿਹੜੇ ਆਕਸੀਜਨ ਤੇ ਹਾਈਡਰੋਜਨ ਦੇ ਟੈਂਕ ਆ ਇਹ ਜੰਮ ਨਾ ਜਾਣ ਤੇ ਇਹਨਾਂ ਟੈਂਕਾਂ ਦੇ ਵਿੱਚ ਆਕਸੀਜਨ ਦੀਆਂ ਕਿਤੇ ਪਰਤਾਂ ਨਾ ਬਣ ਜਾਣ, ਤਾਂ ਕਰਕੇ ਉਸ ਆਕਸੀਜਨ ਤੇ ਹਾਈਡਰੋਜਨ ਨੂੰ ਲਗਾਤਾਰ ਹਿਲਾਉਣਾ ਪੈਂਦਾ। ਇਹ ਬਿਲਕੁਲ ਉਹੀ ਸੇਮ ਪ੍ਰੋਸੀਜਰ ਆ ਜਦੋਂ ਆਪਾਂ ਖੋਆ ਕੱਢਦੇ ਆ ਤਾਂ ਦੁੱਧ ਨੂੰ ਲਗਾਤਾਰ ਹਿਲਾਉਣੇ ਆ, ਬਿਲਕੁਲ ਉਸੇ ਤਰੀਕੇ ਇਹਨਾਂ ਆਕਸੀਜਨ ਟੈਂਕਾਂ ਨੂੰ ਹਿਲਾਇਆ ਜਾਂਦਾ। ਪਰ ਇਹਦੇ ਵਿੱਚ ਇਹ ਸਾਰਾ ਇਲੈਕਟ੍ਰੋਨਿਕ ਹੁੰਦਾ, ਜਾਣੀ ਕਿ ਉਹਨਾਂ ਟੈਂਕਾਂ ਦੇ ਵਿੱਚ ਪੱਖੇ ਲੱਗੇ ਹੁੰਦੇ ਆ ਤੇ ਐਸਟਰੋਨੌਟਸ ਨੇ ਇੱਕ ਸਵਿਚ ਔਨ ਕਰਨੀ ਹੁੰਦੀ ਆ ਤੇ ਕ੍ਰਾਇਓਸਟਰ ਵਾਲਾ ਪ੍ਰੋਸੀਜਰ ਔਨ ਹੋ ਜਾਂਦਾ, ਜਾਣੀ ਕਿ ਆਕਸੀਜਨ ਉਹਨਾਂ ਟੈਂਕਾਂ ਦੇ ਵਿੱਚ ਫਿਰ ਜੰਮਦੀ ਨਹੀਂ। ਤੇ ਇਹ ਕ੍ਰਾਇਓਸਟਰ ਵਾਲਾ ਕੰਮ ਪਿਛਲੇ 56 ਘੰਟਿਆਂ ਦੇ ਵਿੱਚ ਕਈ ਵਾਰੀ ਔਨ ਆਫ ਕਰ ਚੁੱਕੇ ਸੀ ਇਹ ਸਾਰੇ ਐਸਟਰੋਨੌਟ, ਸੋ ਇਹ ਰੈਗੂਲਰ ਕੰਮ ਸੀਗਾ। ਸੋ ਜਦੋਂ ਇਸ ਵਾਰੀ ਨਾਸਾ ਮਿਸ਼ਨ ਕੰਟਰੋਲ ਦੇ ਆਰਡਰ ਤੇ ਜੈਕ ਸਵਾਈਗਰਟ ਇਸ ਕ੍ਰਾਇਓਸਟਰ ਦੀ ਸਵਿਚ ਨੂੰ ਔਨ ਕਰਦਾ ਤਾਂ ਇਸ ਸਵਿਚ ਦੇ ਔਨ ਕਰਨ ਦੇ ਕੁਝ ਕੁ ਸੈਕਿੰਡ ਬਾਅਦ ਹੀ ਇੱਕ ਬਹੁਤ ਵੱਡਾ ਧਮਾਕਾ ਹੁੰਦਾ। ਬਹੁਤ ਹੀ ਸਮੂਥ ਚੱਲ ਰਹੇ ਇੱਕ ਮਿਸ਼ਨ ਦੇ ਵਿੱਚ ਸਡਨਲੀ ਧਮਾਕਾ ਹੁੰਦਾ ਤਾਂ ਐਸਟਰੋਨੌਟ ਬਹੁਤ ਹੈਰਾਨ ਹੁੰਦੇ ਆ। ਉਹ ਨਾਲ ਦੀ ਨਾਲ ਨਾਸਾ ਮਿਸ਼ਨ ਕੰਟਰੋਲ ਨੂੰ ਦੱਸਦੇ ਆ ਕਿ ਉਹਨਾਂ ਦੇ ਸਾਹਮਣੇ ਇੱਕ ਵੱਡੀ ਪ੍ਰੋਬਲਮ ਆ ਗਈ ਆ ਕਿ ਇਸ ਸਪੇਸਕ੍ਰਾਫਟ ਦੇ ਵਿੱਚ ਬਹੁਤ ਵੱਡਾ ਧਮਾਕਾ ਹੋਇਆ। Houston, we have a problem. We have a main bus B undervolt. ਤੇ ਨਾਲ ਦੀ ਨਾਲ ਨਾਸਾ ਮਿਸ਼ਨ ਕੰਟਰੋਲ ਵਾਲੇ ਇਹ ਪਤਾ ਕਰਨ ਦੇ ਲਈ ਲੱਗ ਜਾਂਦੇ ਆ ਕਿ ਕਿਸ ਗੱਲ ਦੇ ਕਰਕੇ ਇਸ ਸਪੇਸਕ੍ਰਾਫਟ ਦੇ ਵਿੱਚ ਧਮਾਕਾ ਹੋਇਆ। ਤੇ ਜਦੋਂ ਹੀ ਕਮਾਂਡਰ ਜਿਮ ਲੌਵੇਲ ਇਹ ਚੈੱਕ ਕਰਦੇ ਆ ਕਿ ਜਿਹੜੇ ਆਕਸੀਜਨ ਵਾਲੀਆਂ ਰੀਡਿੰਗਸ ਆ ਉਹ ਲਗਾਤਾਰ ਘਟਣੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਹੀ ਉਹ ਆਪਦੀ ਖਿੜਕੀ ਦੇ ਵਿੱਚ ਦੀ ਦੇਖਦੇ ਆ ਕਿ ਸਪੇਸ ਦੇ ਵਿੱਚ ਕੋਈ ਗੈਸ ਲੀਕ ਹੋ ਰਹੀ ਆ ਤਾਂ ਇਹ ਸਾਰੀ ਗੱਲ ਉਹ ਨਾਸਾ ਮਿਸ਼ਨ ਕੰਟਰੋਲ ਨੂੰ ਦੱਸਦੇ ਆ। We are venting something out into space. ਤੇ ਇਸ ਗੱਲ ਨੂੰ ਸੁਣਨ ਤੋਂ ਬਾਅਦ ਨਾਸਾ ਮਿਸ਼ਨ ਕੰਟਰੋਲ ਵਾਲਿਆਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਸਮਝਣ ਤੇ ਕਿ ਇਹਨਾਂ ਦੇ ਆਕਸੀਜਨ ਟੈਂਕਾਂ ਦੇ ਵਿੱਚ ਇਹ ਧਮਾਕਾ ਹੋਇਆ, ਕਿਉਂਕਿ ਆਕਸੀਜਨ ਟੈਂਕਾਂ ਦੇ ਵਿੱਚ ਪਿਓਰ ਆਕਸੀਜਨ ਸੀ ਤੇ ਜਦੋਂ ਹੀ ਕ੍ਰਾਇਓਸਟਰ ਵਾਲੀ ਸਵਿਚ ਔਨ ਕੀਤੀ ਤਾਂ ਕਿਸੇ ਵੀ ਵਜ੍ਹਾ ਦੇ ਕਰਕੇ ਮਾੜਾ ਜਿਹਾ ਸਪਾਰਕ ਹੋਇਆ ਹੋਣਾ ਤੇ ਜਿਹਦੇ ਕਰਕੇ ਇਸ ਆਕਸੀਜਨ ਨੂੰ ਅੱਗ ਲੱਗ ਗਈ ਤੇ ਇਸ ਧਮਾਕੇ ਦੇ ਵਿੱਚ ਇੱਕ ਤਾਂ ਟੈਂਕ ਬਿਲਕੁਲ ਤਬਾਹ ਹੋ ਗਿਆ ਸੀ ਤੇ ਇਹਨੇ ਨਾਲ ਦੀ ਨਾਲ ਦੂਜੇ ਟੈਂਕ ਨੂੰ ਵੀ ਤਬਾਹ ਕਰਤਾ ਸੀ, ਜਿਹਦੇ ਵਿੱਚੋਂ ਕਿ ਗੈਸ ਲੀਕ ਹੋ ਰਹੀ ਸੀ ਤੇ ਇਹ ਉਹੀ ਗੈਸ ਸੀ ਜਿਹੜੀ ਕਿ ਕਮਾਂਡਰ ਜਿਮ ਲੌਵੇਲ ਨੂੰ ਸਪੇਸ ਦੇ ਵਿੱਚ ਲੀਕ ਹੋ ਰਹੀ ਦਿਖ ਰਹੀ ਸੀ। ਤੇ ਇਹ ਜਿਹੜੀ ਆਕਸੀਜਨ ਲੀਕ ਹੋ ਰਹੀ ਸੀ, ਇੱਕ ਤਾਂ ਇਹ ਐਸਟਰੋਨੌਟਸ ਦੇ ਸਾਹ ਲੈਣ ਦੇ ਲਈ ਜ਼ਰੂਰੀ ਸੀ ਤੇ ਇਹਦੇ ਤੋਂ ਇਲਾਵਾ ਇਹਦੇ ਹੋਰ ਵੀ ਕਈ ਕੰਮ ਸੀ, ਜਿਵੇਂ ਕਿ ਐਸਟਰੋਨੌਟ ਹਾਈਡਰੋਜਨ ਤੇ ਆਕਸੀਜਨ ਦੇ ਮੋਲੀਕਿਊਲਸ ਦੀ ਮਦਦ ਦੇ ਨਾਲ ਆਪਣਾ ਪਾਣੀ ਖੁਦ ਤਿਆਰ ਕਰ ਰਹੇ ਸੀ ਤੇ ਇਹਦੇ ਤੋਂ ਇਲਾਵਾ ਇਸ ਆਕਸੀਜਨ ਦੀ ਮਦਦ ਦੇ ਨਾਲ ਹੀ ਬਿਜਲੀ ਤਿਆਰ ਕੀਤੀ ਜਾਂਦੀ ਸੀ ਤਾਂ ਕਿ ਜਿਹੜਾ ਸਪੇਸਕ੍ਰਾਫਟ ਆ ਉਹਦੇ ਵਿੱਚ ਜਿਹੜੀ ਇਲੈਕਟ੍ਰਿਸਿਟੀ ਦੀ ਜ਼ਰੂਰਤ ਆ ਉਹਨੂੰ ਪੂਰਾ ਕੀਤਾ ਜਾ ਸਕੇ। ਤੇ ਜਦੋਂ ਹੀ ਇਹ ਧਮਾਕਾ ਹੋਇਆ ਆਕਸੀਜਨ ਲਗਾਤਾਰ ਲੀਕ ਹੋਣ ਲੱਗ ਗਈ ਤਾਂ ਕਰਕੇ ਨਾਸਾ ਨੂੰ ਇਹ ਪਤਾ ਲੱਗ ਗਿਆ ਸੀ ਕਿ ਹੁਣ ਚੰਦ ਦੇ ਉੱਪਰ ਲੈਂਡ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਹੁਣ ਤਾਂ ਉਹ ਕਿਸੇ ਵੀ ਤਰੀਕੇ ਆਪਦੇ ਜਿਹੜੇ ਐਸਟਰੋਨੌਟ ਆ ਉਹਨਾਂ ਨੂੰ ਵਾਪਸ ਜੇਕਰ ਜਿਉਂਦੇ ਧਰਤੀ ਦੇ ਉੱਪਰ ਲਿਆਏ ਤਾਂ ਇਹੀ ਉਹਨਾਂ ਦਾ ਮਿਸ਼ਨ ਸਕਸੈਸਫੁਲ ਹੋਵੇਗਾ। ਸੋ ਉਦੋਂ ਬਾਅਦ ਨਾਸਾ ਮਿਸ਼ਨ ਕੰਟਰੋਲ
ਓਵਰਆਲ ਜਿੰਨੇ ਵੀ ਇਸ ਅਪੋਲੋ 13 ਮਿਸ਼ਨ ਦੇ ਨਾਲ ਜੁੜੇ ਹੋਏ ਲੋਕ ਸੀ ਸਾਰਿਆਂ ਨੂੰ ਨਾਸਾ ਮਿਸ਼ਨ ਕੰਟਰੋਲ ਸੈਂਟਰ ਦੇ ਵਿੱਚ ਇਕੱਠੇ ਕਰਦਾ ਤਾਂ ਕਿ ਇਹਨਾਂ ਐਸਟਰੋਨੌਟਸ ਦੀ ਮਦਦ ਕਰਕੇ ਇਹਨਾਂ ਨੂੰ ਵਾਪਸ ਧਰਤੀ ਦੇ ਉੱਪਰ ਲਿਆਂਦਾ ਜਾਵੇ। ਪਰ ਕਿਸ ਤਰੀਕੇ ਦੇ ਨਾਲ ਇਹਨਾਂ ਐਸਟਰੋਨੌਟਸ ਨੂੰ ਵਾਪਸ ਧਰਤੀ ਦੇ ਉੱਪਰ ਲਿਆਂਦਾ ਜਾਵੇ, ਕਿਉਂਕਿ ਸਪੇਸਕ੍ਰਾਫਟ ਬੜੀ ਹੀ ਤੇਜ਼ੀ ਦੇ ਨਾਲ ਚੰਦਰਮਾ ਦੇ ਵੱਲ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਨਾਸਾ ਮਿਸ਼ਨ ਕੰਟਰੋਲ ਵਾਲੇ ਇਹ ਡਿਸਾਈਡ ਕਰਦੇ ਆ ਕਿ ਪਹਿਲਾਂ ਤਾਂ ਇਸ ਸਪੇਸਕ੍ਰਾਫਟ ਨੂੰ ਚੰਦ ਤੱਕ ਲਿਜਾਇਆ ਜਾਵੇ ਤੇ ਉਸ ਤੋਂ ਬਾਅਦ ਚੰਦ ਦੇ ਆਰਬਿਟ ਦੇ ਵਿੱਚ ਜਾ ਕੇ ਚੰਦ ਦੀ ਗ੍ਰੈਵਿਟੀ ਦੀ ਮਦਦ ਦੇ ਨਾਲ ਇਹਨੂੰ ਧਰਤੀ ਦੇ ਵੱਲ ਧੱਕ ਦਿੱਤਾ ਜਾਵੇਗਾ। ਹਾਲਾਂਕਿ ਇਸ ਪ੍ਰੋਸੈਸ ਦੇ ਵਿੱਚ ਜ਼ਿਆਦਾ ਟਾਈਮ ਲੱਗਣਾ ਸੀ ਤੇ ਆਕਸੀਜਨ ਲਗਾਤਾਰ ਘਟ ਰਹੀ ਸੀ, ਪਰ ਨਾਸਾ ਮਿਸ਼ਨ ਕੰਟਰੋਲ ਦੇ ਕੋਲ ਆਖਰੀ ਆਪਸ਼ਨ ਇਹੀ ਬਚੀ ਸੀ ਤੇ ਇਸ ਮਿਸ਼ਨ ਨੂੰ ਕੰਟੀਨਿਊ ਰੱਖਣ ਦੇ ਲਈ ਤੇ ਐਸਟਰੋਨੌਟਸ ਨੂੰ ਜਿਉਂਦੇ ਰੱਖਣ ਦੇ ਲਈ ਹੁਣ ਸਾਰੇ ਐਸਟਰੋਨੌਟਸ ਨੂੰ ਲੂਨਰ ਮੋਡਿਊਲ ਦੀ ਜ਼ਰੂਰਤ ਸੀ। ਇਹ ਉਹੀ ਲੂਨਰ ਮੋਡਿਊਲ ਆ ਜਿਹਨੂੰ ਕਿ ਸਿਰਫ ਇਸ ਕੰਮ ਦੇ ਲਈ ਯੂਜ਼ ਕੀਤਾ ਜਾਂਦਾ ਸੀ ਕਿ ਇਹ ਐਸਟਰੋਨੌਟਸ ਨੂੰ ਵਿੱਚ ਪਾ ਕੇ ਚੰਦ ਦੇ ਉੱਪਰ ਲੈਂਡ ਕਰਦਾ ਸੀ ਤੇ ਉਸ ਤੋਂ ਬਾਅਦ ਜਦੋਂ ਆਪਦਾ ਮਿਸ਼ਨ ਪੂਰਾ ਕਰਦੇ ਸੀ ਤਾਂ ਵਾਪਸ ਚੰਦ ਦੇ ਆਰਬਿਟ ਤੱਕ ਆਉਂਦਾ ਸੀ। ਇਹਦਾ ਸਿਰਫ ਇੰਨਾ ਕੁ ਕੰਮ ਸੀ, ਪਰ ਹੁਣ ਇਹਨੂੰ ਐਜ਼ ਏ ਲਾਈਫ ਬੋਟ ਯੂਜ਼ ਕੀਤਾ ਜਾਣਾ ਸੀ ਆਉਣ ਵਾਲੇ ਅਗਲੇ 3-4 ਦਿਨਾਂ ਤੱਕ। ਕਿਸ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰਦੇ ਆ ਨਾਸਾ ਮਿਸ਼ਨ ਕੰਟਰੋਲ ਵਾਲੇ, ਜੇਕਰ ਇਹਦੇ ਬਾਰੇ ਗੱਲ ਕਰੀਏ ਤਾਂ ਸਾਰਾ ਪਲਾਨ ਤਿਆਰ ਕਰਨ ਤੋਂ ਬਾਅਦ ਕਮਾਂਡ ਮੋਡਿਊਲ ਨੂੰ ਬੰਦ ਕਰਨ ਦਾ ਡਿਸੀਜਨ ਲਿਆ ਜਾਂਦਾ ਕਿਉਂਕਿ ਕਮਾਂਡ ਮੋਡਿਊਲ ਦੀ ਪਾਵਰ ਲਗਾਤਾਰ ਘਟ ਰਹੀ ਸੀ। ਪਰ ਕਮਾਂਡ ਮੋਡਿਊਲ ਦੀ ਹਜੇ ਜ਼ਰੂਰਤ ਸੀ ਕਿਉਂਕਿ ਜਦੋਂ ਇਹ ਐਸਟਰੋਨੌਟਸ ਵਾਪਸ ਧਰਤੀ ਦੇ ਉੱਪਰ ਆਉਣੇ ਸੀ ਤੇ ਧਰਤੀ ਦੇ ਉੱਪਰ ਲੈਂਡ ਕਰਨ ਦੇ ਲਈ, ਕਿਉਂਕਿ ਵਾਤਾਵਰਣ ਦੇ ਵਿੱਚ ਬਹੁਤ ਜ਼ਿਆਦਾ ਹੀਟ ਪੈਦਾ ਹੋਣੀ ਸੀ ਜਦੋਂ ਇਹ ਸਪੇਸਕ੍ਰਾਫਟ ਧਰਤੀ ਦੇ ਵਿੱਚ ਰੀਐਂਟਰ ਕਰਦਾ, ਤਾਂ ਉਸ ਸਮੇਂ ਸਿਰਫ ਕਮਾਂਡ ਮੋਡਿਊਲ ਹੀ ਅਜਿਹਾ ਸੀ ਜਿਹੜਾ ਕਿ ਇਹਨਾਂ ਐਸਟਰੋਨੌਟਸ ਨੂੰ ਉਸ ਹੀਟ ਤੋਂ ਬਚਾ ਸਕਦਾ ਸੀ। ਤਾਂ ਕਰਕੇ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਜਾਂਦਾ ਕਿਉਂਕਿ ਪਾਵਰ ਨੂੰ ਸੇਵ ਕਰਨਾ ਸੀ। ਤਾਂ ਕਰਕੇ ਜਲਦੀ ਤੋਂ ਜਲਦੀ ਇਸ ਕਮਾਂਡ ਮੋਡਿਊਲ ਨੂੰ ਬੰਦ ਕਰਕੇ ਐਸਟਰੋਨੌਟਸ ਨੂੰ ਲੂਨਰ ਮੋਡਿਊਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ। ਤੇ ਇਹਦੇ ਤੋਂ ਇਲਾਵਾ ਜਿਹੜਾ ਗਾਈਡੈਂਸ ਪ੍ਰੋਗਰਾਮ ਸੀ, ਜਾਣੀ ਕਿ ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ GPS ਸੀ ਇਸ ਮਿਸ਼ਨ ਦਾ, ਉਹਨੂੰ ਵੀ ਲੂਨਰ ਮੋਡਿਊਲ ਦੇ ਵਿੱਚ ਸ਼ਿਫਟ ਕਰਨਾ ਸੀਗਾ ਕਮਾਂਡ ਮੋਡਿਊਲ ਤੋਂ, ਕਿਉਂਕਿ ਹੁਣ ਸਾਰੇ ਦਾ ਸਾਰਾ ਰਸਤਾ ਇਹਨਾਂ ਐਸਟਰੋਨੌਟਸ ਨੇ ਇਸ ਲੂਨਰ ਮੋਡਿਊਲ ਦੇ ਵਿੱਚ ਬਹਿ ਕੇ ਹੀ ਤੈਅ ਕਰਨਾ ਸੀ। ਤੇ ਜਦੋਂ ਹੀ ਇਹ ਤਿੰਨੇ ਐਸਟਰੋਨੌਟ ਨਾਸਾ ਮਿਸ਼ਨ ਕੰਟਰੋਲ ਦੇ ਆਰਡਰ ਤੇ ਲੂਨਰ ਮੋਡਿਊਲ ਦੇ ਵਿੱਚ ਸ਼ਿਫਟ ਹੋ ਜਾਂਦੇ ਆ ਤਾਂ ਇਹਨਾਂ ਦੇ ਅੱਗੇ ਹਜੇ ਹੋਰ ਬਹੁਤ ਮੁਸੀਬਤਾਂ ਆਉਣੀਆਂ ਸੀ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਮੁਸੀਬਤ ਇਹ ਸੀ ਕਿ ਲੂਨਰ ਮੋਡਿਊਲ ਨੂੰ ਸਿਰਫ 2 ਐਸਟਰੋਨੌਟ ਦੇ ਲਈ 20 ਘੰਟੇ ਰਹਿਣ ਦੇ ਲਈ ਬਣਾਇਆ ਗਿਆ ਸੀ, ਪਰ ਹੁਣ ਇਹਦੇ ਵਿੱਚ 3 ਐਸਟਰੋਨੌਟਸ ਨੇ ਕਈ ਦਿਨਾਂ ਤੱਕ ਰਹਿਣਾ ਸੀ। ਤਾਂ ਕਰਕੇ ਇਸ ਲੂਨਰ ਮੋਡਿਊਲ ਦੇ ਵਿੱਚ ਲਿਮਟਿਡ ਪਾਣੀ ਤੇ ਆਕਸੀਜਨ ਬਚਿਆ ਸੀ ਤੇ ਪਾਣੀ ਦਾ ਕੁਝ ਹਿੱਸਾ ਕੂਲਿੰਗ ਸਿਸਟਮ ਦੇ ਲਈ ਵੀ ਯੂਜ਼ ਕਰਨਾ ਸੀ। ਤਾਂ ਕਰਕੇ ਐਸਟਰੋਨੌਟਸ ਨੂੰ ਆਰਡਰ ਦਿੱਤਾ ਜਾਂਦਾ ਕਿ ਉਹ ਆਪਣੀ ਰਿਕੁਆਇਰਮੈਂਟ ਤੋਂ 5 ਗੁਣਾ ਘੱਟ ਪਾਣੀ ਪੀਣ। ਤੇ ਇਹਦੇ ਤੋਂ ਇਲਾਵਾ ਜਿਹੜੀ ਦੂਜੀ ਪ੍ਰੋਬਲਮ ਸੀ ਤਾਂ ਸਪੇਸਕ੍ਰਾਫਟ ਆਪਦੇ ਤੈਅ ਰਸਤੇ ਦੇ ਚੰਦਰਮਾ ਵੱਲ ਜਾ ਰਿਹਾ ਸੀ, ਕਿਉਂਕਿ ਹੁਣ ਇਹਨੇ ਮੂਨ ਦੇ ਉੱਪਰ ਲੈਂਡ ਨਹੀਂ ਕਰਨਾ ਸੀ। ਤਾਂ ਕਰਕੇ ਐਸਟਰੋਨੌਟਸ ਦੇ ਸਾਹਮਣੇ ਇੱਕ ਇਹ ਵੱਡਾ ਚੈਲੰਜ ਸੀ ਕਿ ਇਸ ਸਪੇਸਕ੍ਰਾਫਟ ਨੂੰ ਚੰਦ ਦੇ ਨਜ਼ਦੀਕ ਲਿਜਾ ਕੇ ਫ੍ਰੀ ਰਿਟਰਨ ਟ੍ਰੈਜੈਕਟਰੀ ਦੇ ਉੱਪਰ ਲੈ ਜਾਇਆ ਜਾਵੇ ਤਾਂ ਕਿ ਇਹ ਵਾਪਸ ਧਰਤੀ ਦੇ ਉੱਪਰ ਆ ਸਕੇ। ਇਹਦੇ ਲਈ ਲੂਨਰ ਮੋਡਿਊਲ ਦੇ ਇੰਜਨ ਨੂੰ ਕਈ ਵਾਰੀ ਫਾਇਰ ਕਰਨਾ ਪੈਣਾ ਸੀ ਤੇ ਜਦੋਂ ਹੀ ਇਹ ਸਪੇਸਕ੍ਰਾਫਟ ਚੰਦ ਦੇ ਆਰਬਿਟ ਦੇ ਵਿੱਚ ਜਾਂਦਾ ਤਾਂ ਜਿਹੜੇ ਐਸਟਰੋਨੌਟ ਇਸ ਲੂਨਰ ਮੋਡਿਊਲ ਦੇ ਵਿੱਚ ਬੈਠੇ ਸੀ ਉਹ ਨਾਸਾ ਮਿਸ਼ਨ ਕੰਟਰੋਲ ਦੇ ਆਰਡਰ ਤੇ ਇਹਦਾ ਇੰਜਨ ਫਾਇਰ ਕਰਦੇ ਸੀ ਤਾਂ ਕਿ ਇਸ ਸਪੇਸਕ੍ਰਾਫਟ ਨੂੰ ਧਰਤੀ ਦੇ ਵੱਲ ਧੱਕਿਆ ਜਾ ਸਕੇ। ਤੇ ਇਹਦੇ ਤੋਂ ਇਲਾਵਾ ਇਹ ਜਿਹੜੇ ਲੂਨਰ ਮੋਡਿਊਲ ਦੇ ਵਿੱਚ ਬੈਠੇ ਐਸਟਰੋਨੌਟ ਸੀ ਇਹਨਾਂ ਦੇ ਸਾਹਮਣੇ ਹੋਰ ਕਈ ਮੁਸੀਬਤਾਂ ਆ ਰਹੀਆਂ ਸੀ, ਜਿਵੇਂ ਕਿ ਜਿਹੜੀ ਬਿਜਲੀ ਦੀ ਪ੍ਰੋਬਲਮ ਸੀ ਉਹ ਬਹੁਤ ਜ਼ਿਆਦਾ ਸੀ ਕਿਉਂਕਿ ਆਕਸੀਜਨ ਟੈਂਕ ਫਟ ਗਿਆ ਸੀ। ਤਾਂ ਕਰਕੇ ਬਿਜਲੀ ਦੀ ਪ੍ਰੋਡਕਸ਼ਨ ਦੇ ਵਿੱਚ ਦਿੱਕਤ ਆ ਰਹੀ ਸੀ। ਤਾਂ ਕਰਕੇ ਨਾਸਾ ਮਿਸ਼ਨ ਕੰਟਰੋਲ ਹੁਕਮ ਦਿੰਦਾ ਇਹਨਾਂ ਐਸਟਰੋਨੌਟਸ ਨੂੰ ਕਿ ਉਹ ਚੀਜ਼ਾਂ ਜਿਨ੍ਹਾਂ ਦੇ ਬਿਨਾਂ ਸਰ ਸਕਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਬਚਾਈ ਜਾ ਸਕੇ। ਤੇ ਜਦੋਂ ਹੀ ਇਹ ਸਾਰੀਆਂ ਚੀਜ਼ਾਂ ਬੰਦ ਕੀਤੀਆਂ ਜਾਂਦੀਆਂ ਤਾਂ ਇਹਨਾਂ ਦੇ ਵਿੱਚ ਜਿਹੜੇ ਇਹ ਹੀਟਰ ਲੱਗੇ ਹੋਏ ਸੀ ਸਪੇਸਕ੍ਰਾਫਟ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਲੇ, ਉਹਨਾਂ ਨੂੰ ਵੀ ਬੰਦ ਕਰਨਾ ਪੈਂਦਾ ਤੇ ਇਹ ਸਪੇਸਕ੍ਰਾਫਟ ਇੰਨਾ ਕਿ ਜ਼ਿਆਦਾ ਠੰਡਾ ਹੋ ਜਾਂਦਾ ਕਿ ਆਉਣ ਵਾਲੇ ਅਗਲੇ 3-4 ਦਿਨ ਤੱਕ ਤੁਸੀਂ ਕਹਿ ਸਕਦੇ ਆ ਕਿ ਫ੍ਰੀਜ਼ਰ ਦੇ ਵਿੱਚ ਬਹਿ ਕੇ ਉਹਨਾਂ ਨੇ ਕੱਟਣੇ ਸੀ ਜਿਹੜੇ ਇਹ ਐਸਟਰੋਨੌਟ ਇਹਦੇ ਵਿੱਚ ਬੈਠੇ ਸੀ। ਜਿਹੜੀਆਂ ਵੀ ਚੀਜ਼ਾਂ ਸੀਗੀਆਂ ਉਸ ਸਪੇਸਕ੍ਰਾਫਟ ਦੇ ਵਿੱਚ ਉਹ ਸਾਰੀਆਂ ਜੰਮਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਚਾਹੇ ਉਹ ਪਾਣੀ ਵਾਲੀਆਂ ਪਾਈਪਾਂ ਹੋਣ ਜਾਂ ਫਿਰ ਉਹਨਾਂ ਐਸਟਰੋਨੌਟਸ ਦਾ ਖਾਣਾ ਹੋਵੇ, ਕਿਉਂਕਿ ਨਾਸਾ ਮਿਸ਼ਨ ਕੰਟਰੋਲ ਇਹਨਾਂ ਐਸਟਰੋਨੌਟਸ ਦੇ ਦਿਮਾਗ ਦਾ ਸਹੀ ਕੰਮ ਕਰਨ ਦੇ ਲਈ ਇਹਨਾਂ ਨੂੰ ਰੈਸਟ ਦੇਣੀ ਚਾਹੁੰਦਾ ਸੀ। ਪਰ ਇੰਨੀ ਜ਼ਿਆਦਾ ਠੰਡ ਦੇ ਵਿੱਚ ਇਹਨਾਂ ਐਸਟਰੋਨੌਟਸ ਨੂੰ ਨੀਂਦ ਵੀ ਨਹੀਂ ਆ ਰਹੀ ਸੀ। ਤੇ ਇਹਦੇ ਤੋਂ ਬਾਅਦ ਜਿਹੜੀ ਹੋਰ ਪ੍ਰੋਬਲਮ ਆਉਣ ਵਾਲੀ ਸੀ ਜੇਕਰ ਉਹਦੇ ਬਾਰੇ ਗੱਲ ਕਰੀਏ, ਕਿਉਂਕਿ ਇਹ ਜਿਹੜੇ ਐਸਟਰੋਨੌਟ ਸੀ ਇਹ ਸਾਰੇ ਦੇ ਸਾਰੇ ਲੂਨਰ ਮੋਡਿਊਲ ਦੇ ਵਿੱਚ ਸ਼ਿਫਟ ਹੋ ਗਏ ਸੀ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਸਿਰਫ 2 ਐਸਟਰੋਨੌਟਸ ਦੇ ਲਈ 20 ਘੰਟਿਆਂ ਦੀ ਆਕਸੀਜਨ ਪ੍ਰੋਵਾਈਡ ਕਰ ਸਕਦਾ ਸੀ। ਤਾਂ ਨਾਲ ਦੀ ਨਾਲ ਹੀ ਜਿਹੜੇ ਇਹਦੇ ਵਿੱਚ ਕਾਰਬਨ ਡਾਈਆਕਸਾਈਡ ਵਾਲੇ ਫਿਲਟਰ ਲੱਗੇ ਸੀ ਉਹ ਵੀ ਸਿਰਫ 2 ਬੰਦਿਆਂ ਦੇ ਲਈ ਲੱਗੇ ਸੀ, ਪਰ ਹੁਣ ਇਹਦੇ ਵਿੱਚ 3 ਐਸਟਰੋਨੌਟ ਬੈਠੇ ਸੀ। ਤਾਂ ਕਰਕੇ ਇਹ ਜਿਹੜੇ ਕਾਰਬਨ ਡਾਈਆਕਸਾਈਡ ਸੋਖਣ ਵਾਲੇ ਫਿਲਟਰ ਸੀ ਇਹਨਾਂ ਨੂੰ ਜ਼ਿਆਦਾ ਕੰਮ ਕਰਨਾ ਪੈ ਰਿਹਾ ਸੀ ਤੇ ਨਾਸਾ ਮਿਸ਼ਨ ਕੰਟਰੋਲ ਨੂੰ ਇਹ ਲੱਗ ਰਿਹਾ ਸੀ ਕਿ ਜੇਕਰ ਇਹ ਫਿਲਟਰ ਖਰਾਬ ਹੋ ਗਏ ਤਾਂ ਉਦੋਂ ਬਾਅਦ ਸਪੇਸਕ੍ਰਾਫਟ ਦੇ ਵਿੱਚ ਜ਼ਿਆਦਾ ਕਾਰਬਨ ਡਾਈਆਕਸਾਈਡ ਹੋਣ ਦੇ ਕਰਕੇ ਸ਼ਾਇਦ ਇਹਨਾਂ ਐਸਟਰੋਨੌਟਸ ਨੂੰ ਦਿੱਕਤ ਆਵੇ।
ਤਾਂ ਕਰਕੇ ਉਹ ਇੱਕ ਜਗਾੜੂ ਫਿਲਟਰ ਤਿਆਰ ਕਰਦੇ ਆ, ਜਿਹਦੇ ਵਿੱਚ ਉਹ ਕੀ ਕਰਦੇ ਆ ਕਿ ਜਿਹੜੇ ਕਮਾਂਡ ਮੋਡਿਊਲ ਦੇ ਵਿੱਚ ਅਨਯੂਜ਼ਡ CO2 ਫਿਲਟਰ ਪਏ ਸੀ ਉਹਨਾਂ ਦਾ ਇਸਤੇਮਾਲ ਕਰਨ ਦਾ ਸੋਚਦੇ ਆ। ਪਰ ਇੱਥੇ ਹੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਸੀ, ਕਿਉਂਕਿ ਜਿਹੜੇ ਕਮਾਂਡ ਮੋਡਿਊਲ ਦੇ ਵਿੱਚ ਫਿਲਟਰ ਸੀ ਉਹ ਸਕੁਅਰ ਸ਼ੇਪ ਦੇ ਵਿੱਚ ਸੀ, ਪਰ ਜਿਹੜੇ ਲੂਨਰ ਮੋਡਿਊਲ ਦੇ ਵਿੱਚ ਫਿਲਟਰ ਸੀ ਉਹ ਸਿਲੰਡਰ ਸ਼ੇਪ ਦੇ ਵਿੱਚ ਸੀ, ਤਾਂ ਕਰਕੇ ਉਹ ਫਿਲਟਰਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਸੀ। ਪਰ ਫਿਰ ਹੀ ਨਾਸਾ ਮਿਸ਼ਨ ਕੰਟਰੋਲ ਵਾਲੇ ਇੱਕ ਜਗਾੜ ਦੀ ਮਦਦ ਦੇ ਨਾਲ ਜਿੰਨੀਆਂ ਵੀ ਚੀਜ਼ਾਂ ਉਸ ਸਪੇਸ ਕ੍ਰਾਫਟ ਦੇ ਵਿੱਚ ਪਈਆਂ ਸੀ, ਫਿਰ ਚਾਹੇ ਉਹ ਪੋਲੀਥੀਨ ਬੈਗਸ ਹੋਣ ਜਾਂ ਫਿਰ ਐਸਟਰੋਨੌਟਸ ਦੇ ਸਪੇਸ ਸੂਟ ਹੋਣ ਜਾਂ ਉੱਥੇ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਪਾਈਪ ਪਈ ਹੋਵੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਕੰਮ ਚਲਾਊ CO2 ਫਿਲਟਰ ਬਣਾਉਂਦੇ ਆ ਤੇ ਇਸ ਤਰੀਕੇ ਦੇ ਨਾਲ ਜਿਹੜੀ ਐਕਸੈਸਿਵ CO2 ਦੀ ਪ੍ਰੋਡਕਸ਼ਨ ਹੋ ਰਹੀ ਸੀ ਉਸ ਨੂੰ ਕੰਟਰੋਲ ਕੀਤਾ ਜਾਂਦਾ। ਤੇ ਉਦੋਂ ਬਾਅਦ ਲਗਾਤਾਰ ਜਦੋਂ ਇਹ ਸਪੇਸ ਕ੍ਰਾਫਟ ਧਰਤੀ ਦੇ ਵੱਲ ਵਧ ਰਿਹਾ ਹੁੰਦਾ ਤਾਂ ਇਹ ਜਦੋਂ ਧਰਤੀ ਦੇ ਨਜ਼ਦੀਕ ਆ ਜਾਂਦਾ ਤਾਂ ਹੁਣ ਇਹਨਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ, ਕਿਉਂਕਿ ਧਰਤੀ ਦੇ ਉੱਪਰ ਰੀ-ਐਂਟਰੀ ਦਾ ਪ੍ਰੋਸੈਸ ਸਭ ਤੋਂ ਔਖਾ ਪ੍ਰੋਸੈਸ ਹੁੰਦਾ, ਕਿਉਂਕਿ ਜਦੋਂ ਹੀ ਧਰਤੀ ਦੇ ਵਾਯੂਮੰਡਲ ਦੇ ਵਿੱਚ ਐਂਟਰ ਕਰਦੇ ਆ ਤਾਂ ਗੁਰਤਾਕਰਸ਼ਣ ਬਲ ਦੇ ਕਰਕੇ ਤੇ ਵਾਯੂਮੰਡਲ ਦੇ ਕਰਕੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੀਟ ਪ੍ਰੋਡਿਊਸ ਹੁੰਦੀ ਆ। ਤੇ ਇਹਦੇ ਤੋਂ ਬਚਾਉਣ ਦੇ ਲਈ ਇਹ ਜਿਹੜੇ ਐਸਟਰੋਨੌਟ ਸੀ ਇਹਨਾਂ ਨੂੰ ਕਮਾਂਡ ਮੋਡਿਊਲ ਦੇ ਵਿੱਚ ਆਉਣਾ ਜ਼ਰੂਰੀ ਸੀ, ਕਿਉਂਕਿ ਕਮਾਂਡ ਮੋਡਿਊਲ ਦੇ ਵਿੱਚ ਹੀ ਅਜਿਹੀਆਂ ਸ਼ੀਟਸ ਲੱਗੀਆਂ ਹੋਈਆਂ ਸੀ ਜਿਹੜੀਆਂ ਕਿ ਇਹਨਾਂ ਐਸਟਰੋਨੌਟਸ ਨੂੰ ਹੀਟ ਤੋਂ ਬਚਾ ਸਕਦੀਆਂ ਸੀ। ਪਰ ਕਮਾਂਡ ਮੋਡਿਊਲ ਤਾਂ ਕਈ ਘੰਟਿਆਂ ਤੋਂ ਬੰਦ ਸੀ, ਸਾਰੀਆਂ ਚੀਜ਼ਾਂ ਤਾਂ ਜੰਮ ਚੁੱਕੀਆਂ ਸੀਗੀਆਂ ਕਿਉਂਕਿ ਹੀਟਰ ਵੀ ਲਗਾਤਾਰ ਬੰਦ ਸੀ। ਤਾਂ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਕੀ ਕਮਾਂਡ ਮੋਡਿਊਲ ਨੂੰ ਦੁਬਾਰਾ ਤੋਂ ਸਟਾਰਟ ਕੀਤਾ ਜਾ ਸਕਦਾ, ਕਿਉਂਕਿ ਸਾਰੇ ਮਿਸ਼ਨ ਦੇ ਵਿੱਚ ਤਾਂ ਕਮਾਂਡ ਮੋਡਿਊਲ ਆਨ ਰਹਿੰਦਾ ਸੀ। ਇਹ ਪਹਿਲੀ ਵਾਰੀ ਸੀ ਕਿ ਰਸਤੇ ਦੇ ਵਿੱਚ ਕਮਾਂਡ ਮੋਡਿਊਲ ਨੂੰ ਬੰਦ ਕਰ ਦਿੱਤਾ ਸੀ। ਤੇ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਨਾਸਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਜੇਕਰ ਇਹ ਕਮਾਂਡ ਮੋਡਿਊਲ ਰੀਸਟਾਰਟ ਨਾ ਹੋਇਆ ਤਾਂ ਇਹ ਸਾਰੀ ਦੀ ਸਾਰੀ ਮਿਹਨਤ ਜਿਹੜੀ ਐਸਟਰੋਨੌਟਸ ਨੂੰ ਜਿਉਂਦੇ ਰੱਖਣ ਦੇ ਲਈ ਇੰਨੇ ਦਿਨ ਕੀਤੀ ਆ ਇਹ ਬਿਲਕੁਲ ਵਿਅਰਥ ਜਾਊਗੀ, ਕਿਉਂਕਿ ਸਿਰਫ ਕਮਾਂਡ ਮੋਡਿਊਲ ਹੀ ਇਹਨਾਂ ਐਸਟਰੋਨੌਟਸ ਨੂੰ ਧਰਤੀ ਦੇ ਉੱਪਰ ਲਿਆ ਸਕਦਾ। ਹਾਲਾਂਕਿ ਐਸਟਰੋਨੌਟਸ ਨੂੰ ਕਹਿ ਕੇ ਨਾਸਾ ਮਿਸ਼ਨ ਕੰਟਰੋਲ ਨੇ ਕਮਾਂਡ ਮੋਡਿਊਲ ਦੀ ਪਾਵਰ ਨੂੰ ਬਚਾ ਲਿਆ ਸੀ, ਜਿਹੜੀ ਕਿ ਲਗਾਤਾਰ ਘਟ ਰਹੀ ਸੀ। ਤੇ ਉਸ ਤੋਂ ਬਾਅਦ ਨਾਸਾ ਮਿਸ਼ਨ ਕੰਟਰੋਲ ਕਮਾਂਡ ਮੋਡਿਊਲ ਨੂੰ ਔਨ ਕਰਨ ਦੇ ਆਰਡਰ ਦਿੰਦਾ ਤੇ ਜਦੋਂ ਹੀ ਕਮਾਂਡ ਮੋਡਿਊਲ ਨੂੰ ਔਨ ਕਰਦੇ ਆ ਤਾਂ ਇਹ ਬਿਲਕੁਲ ਸਹੀ ਤਰੀਕੇ ਦੇ ਨਾਲ ਸਟਾਰਟ ਹੋ ਜਾਂਦਾ। ਹੁਣ ਲੂਨਰ ਮੋਡਿਊਲ ਦੇ ਵਿੱਚੋਂ ਐਸਟਰੋਨੌਟਸ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਕਮਾਂਡ ਮੋਡਿਊਲ ਦੇ ਵਿੱਚ, ਤੇ ਦੂਜਾ ਸਰਵਿਸ ਮੋਡਿਊਲ ਜਿਹਦੇ ਵਿੱਚ ਕਿ ਧਮਾਕਾ ਹੋਇਆ ਸੀ ਤੇ ਲੂਨਰ ਮੋਡਿਊਲ ਜਿਹਦੇ ਵਿੱਚ ਇੰਨੇ ਦਿਨ ਬਹਿ ਕੇ ਐਸਟਰੋਨੌਟਸ ਨੇ ਧਰਤੀ ਤੱਕ ਵਾਪਸ ਆਏ ਸੀ, ਇਹਨਾਂ ਦੋਨਾਂ ਚੀਜ਼ਾਂ ਨੂੰ ਇਸ ਸਪੇਸ ਕ੍ਰਾਫਟ ਤੋਂ ਅਲੱਗ ਕਰਨਾ ਸੀ, ਕਿਉਂਕਿ ਇਕੱਲਾ ਕਮਾਂਡ ਮੋਡਿਊਲ ਹੀ ਧਰਤੀ ਦੇ ਉੱਪਰ ਆ ਸਕਦਾ ਸੀ। ਤਾਂ ਜਦੋਂ ਹੀ ਇਹਨਾਂ ਨੂੰ ਅਲੱਗ ਕੀਤਾ ਤਾਂ ਕਮਾਂਡ ਮੋਡਿਊਲ ਦੇ ਵਿੱਚ ਬੈਠੇ ਐਸਟਰੋਨੌਟਸ ਸਰਵਿਸ ਮੋਡਿਊਲ ਦੀ ਉਹ ਤਸਵੀਰ ਖਿੱਚਦੇ ਆ ਜਿਹਦੇ ਵਿੱਚ ਧਮਾਕਾ ਹੋਇਆ ਸੀ। ਤੇ ਜਦੋਂ ਹੀ ਇਹ ਸਰਵਿਸ ਮੋਡਿਊਲ ਦੀ ਐਸਟਰੋਨੌਟਸ ਫੋਟੋ ਖਿੱਚਦੇ ਆ ਤਾਂ ਇਹ ਦੇਖ ਕੇ ਬੜੇ ਹੈਰਾਨ ਹੁੰਦੇ ਆ ਕਿ ਇੱਕ ਸਾਈਡ ਦੀ ਪੂਰੀ ਪੈਨਲ ਉੱਡ ਗਈ ਸੀਗੀ ਤੇ ਬਹੁਤ ਹੀ ਕਿਸਮਤ ਦੇ ਨਾਲ ਇਹ ਸਾਰੇ ਐਸਟਰੋਨੌਟਸ ਬਚੇ ਸੀ। ਪਰ ਜਦੋਂ ਹੀ ਇਹ ਐਸਟਰੋਨੌਟ ਧਰਤੀ ਦੇ ਕੋਲ ਆ ਜਾਂਦੇ ਆ ਤੇ ਜਦੋਂ ਹੀ ਸਰਵਿਸ ਮੋਡਿਊਲ ਤੇ ਲੂਨਰ ਮੋਡਿਊਲ ਇਸ ਸਪੇਸ ਕ੍ਰਾਫਟ ਤੋਂ ਅੱਡ ਹੋ ਜਾਂਦੇ ਆ ਤਾਂ ਹੁਣ ਕਮਾਂਡ ਮੋਡਿਊਲ ਨੇ ਐਂਟਰ ਕਰਨਾ ਸੀ ਧਰਤੀ ਦੇ ਵਿੱਚ। ਬੜੀ ਹੀ ਚਤਰਾਈ ਦੇ ਨਾਲ ਇਹ ਰੀ-ਐਂਟਰੀ ਹੁੰਦੀ ਆ, ਕਿਉਂਕਿ ਜਿਹੜਾ ਐਂਗਲ ਆ ਇਹ 5.5 ਡਿਗਰੀ ਤੋਂ ਲੈ ਕੇ 7 ਡਿਗਰੀ ਤੱਕ ਰੱਖਣਾ ਜ਼ਰੂਰੀ ਹੁੰਦਾ ਤੇ ਜੇਕਰ ਇਹ ਐਂਗਲ ਇਹਦੇ ਤੋਂ ਘੱਟ ਹੁੰਦਾ ਤਾਂ ਇਸ ਕਮਾਂਡ ਮੋਡਿਊਲ ਦੇ ਵਿੱਚ ਅੱਗ ਲੱਗਣ ਦਾ ਖਤਰਾ ਸੀ ਤੇ ਜੇਕਰ ਇਹ ਐਂਗਲ ਇਹਦੇ ਤੋਂ ਜ਼ਿਆਦਾ ਹੁੰਦਾ ਤਾਂ ਇਹ ਸਪੇਸ ਕ੍ਰਾਫਟ ਬਾਉਂਸ ਹੋ ਸਕਦਾ ਸੀ, ਬਿਲਕੁਲ ਉਸੇ ਹੀ ਤਰੀਕੇ ਜਿਵੇਂ ਕਿ ਆਪਾਂ ਕਈ ਵਾਰੀ ਜਦੋਂ ਪਾਣੀ ਦੇ ਉੱਪਰ ਪੱਥਰ ਮਾਰਦੇ ਆ ਤਾਂ ਪੱਥਰ ਉਸ ਪਾਣੀ ਦੇ ਉੱਪਰ ਤੈਰਨ ਲੱਗ ਜਾਂਦਾ, ਬਿਲਕੁਲ ਉਸੇ ਹੀ ਤਰੀਕੇ ਇਹ ਵਾਯੂਮੰਡਲ ਦੇ ਵਿੱਚ ਬਾਉਂਸ ਹੋ ਸਕਦਾ ਸੀ। ਤਾਂ ਕਰਕੇ ਇਹ ਜਿਹੜਾ ਐਂਗਲ ਸੀ 5.5 ਡਿਗਰੀ ਤੋਂ ਲੈ ਕੇ 7 ਡਿਗਰੀ ਤੱਕ ਦਾ ਇਹ ਮੇਨਟੇਨ ਕਰਨਾ ਬੜਾ ਜ਼ਰੂਰੀ ਸੀ, ਕਿਉਂਕਿ ਪਾਵਰ ਬਿਲਕੁਲ ਨਹੀਂ ਸੀ। ਤਾਂ ਐਸਟਰੋਨੌਟਸ ਨਾਸਾ ਮਿਸ਼ਨ ਕੰਟਰੋਲ ਦੀ ਮਦਦ ਦੇ ਨਾਲ ਆਪ ਖੁਦ ਮੈਨੂਅਲੀ ਇਸ ਐਂਗਲ ਨੂੰ ਸੈੱਟ ਕਰਦੇ ਆ ਤੇ ਜਦੋਂ ਹੀ ਇਹ ਵਾਯੂਮੰਡਲ ਦੇ ਵਿੱਚ ਰੀ-ਐਂਟਰੀ ਕਰਦਾ ਤਾਂ ਨਾਸਾ ਮਿਸ਼ਨ ਕੰਟਰੋਲ ਦੇ ਨਾਲ ਇਹਨਾਂ ਦਾ ਸੰਪਰਕ ਟੁੱਟ ਜਾਂਦਾ ਤੇ ਨਾਸਾ ਮਿਸ਼ਨ ਕੰਟਰੋਲ ਵਾਲਿਆਂ ਨੂੰ ਲੱਗਦਾ ਕਿ ਇਹ ਸੰਪਰਕ ਟੁੱਟਣ ਦਾ ਕਾਰਨ ਇਹ ਹੈ ਕਿ ਸ਼ਾਇਦ ਇਸ ਕਮਾਂਡ ਮੋਡਿਊਲ ਦੇ ਵਿੱਚ ਅੱਗ ਲੱਗ ਗਈ ਤੇ ਹੁਣ ਉਹਨਾਂ ਦਾ ਇਹਨਾਂ ਦੇ ਨਾਲ ਸੰਪਰਕ ਨਹੀਂ ਹੋ ਰਿਹਾ। ਪਰ ਥੋੜੇ ਹੀ ਸਮੇਂ ਬਾਅਦ ਉਹ ਅਸਮਾਨ ਦੇ ਵਿੱਚ ਦੇਖਦੇ ਆ ਕਿ ਕਮਾਂਡ ਮੋਡਿਊਲ ਐਂਟਰ ਕਰ ਰਿਹਾ ਹੁੰਦਾ ਤੇ ਨਾਲ ਦੀ ਨਾਲ US ਦੀ ਨੇਵੀ ਤਿਆਰ ਹੁੰਦੀ ਆ ਇਹਨਾਂ ਐਸਟਰੋਨੌਟਸ ਨੂੰ ਰੈਸਕਿਊ ਕਰਨ ਦੇ ਲਈ। ਤੇ ਜਦੋਂ ਹੀ ਕਮਾਂਡ ਮੋਡਿਊਲ ਐਂਟਰ ਕਰਦਾ ਤਾਂ ਪੈਰਾਸ਼ੂਟ ਨਿਕਲਦੇ ਆ, ਤਿੰਨੇ ਦੇ ਤਿੰਨੇ ਐਸਟਰੋਨੌਟਸ ਆਪੋ ਆਪਣੇ ਪੈਰਾਸ਼ੂਟ ਦੀ ਮਦਦ ਦੇ ਨਾਲ ਸਮੁੰਦਰ ਦੇ ਵਿੱਚ ਲੈਂਡ ਕਰਦੇ ਆ ਤੇ ਉਦੋਂ ਬਾਅਦ US ਦੀ ਨੇਵੀ 17 ਅਪ੍ਰੈਲ 1970 ਨੂੰ ਤਕਰੀਬਨ 1:07 ਤੇ ਇਹਨਾਂ ਤਿੰਨੇ ਐਸਟਰੋਨੌਟਸ ਨੂੰ ਰੈਸਕਿਊ ਕਰ ਲੈਂਦੀ ਆ। ਪਰ ਹੁਣ ਜੇਕਰ ਆਪਾਂ ਗੱਲ ਕਰੀਏ ਕਿ 2 ਸਕਸੈਸਫੁਲ ਮਿਸ਼ਨ ਕਰ ਚੁੱਕਿਆ ਸੀ ਨਾਸਾ ਤੇ ਇਸ ਤੀਜੇ ਮਿਸ਼ਨ ਦੇ ਨਾਲ ਅਜਿਹਾ ਕੀ ਹੋਇਆ ਕਿ ਜਿਹਦੇ ਕਰਕੇ ਇਸ ਦੇ ਵਿੱਚ ਬਲਾਸਟ ਹੋ ਗਿਆ, ਇਹਦੇ ਬਾਰੇ ਤਾਂ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਸਰਵਿਸ ਮੋਡਿਊਲ ਦੇ ਵਿੱਚ 2 ਆਕਸੀਜਨ ਦੇ ਟੈਂਕ ਸੀ। ਤਾਂ ਜਿਹੜਾ ਆਕਸੀਜਨ ਟੈਂਕ ਇਸ ਸਪੇਸ ਕ੍ਰਾਫਟ ਦੇ ਵਿੱਚ ਯੂਜ਼ ਕੀਤਾ ਗਿਆ ਸੀ ਉਹਨੂੰ ਪਹਿਲਾਂ ਅਪੋਲੋ 10 ਦੇ ਵਿੱਚ ਯੂਜ਼ ਕਰਨਾ ਸੀ, ਪਰ ਇੱਕ ਪ੍ਰੋਬਲਮ ਦੇ ਕਰਕੇ ਇਹਨੂੰ ਅਪੋਲੋ 10 ਦੇ ਵਿੱਚ ਨਹੀਂ ਯੂਜ਼ ਕੀਤਾ ਜਾਂਦਾ। ਉਸ ਤੋਂ ਬਾਅਦ ਇਹਨਾਂ ਨੂੰ ਅਪੋਲੋ 13 ਦੇ
ਦੇ ਵਿੱਚ ਯੂਜ਼ ਕੀਤਾ ਜਾਂਦਾ। ਤੇ ਜਿਹੜੇ ਇਲੈਕਟ੍ਰੋਨਿਕ ਕੰਪੋਨੈਂਟਸ ਇਸ ਆਕਸੀਜਨ ਟੈਂਕ ਦੇ ਵਿੱਚ ਲੱਗੇ ਸੀ, ਜਦੋਂ ਇਹਨੂੰ ਅਪੋਲੋ 10 ਦੇ ਵਿੱਚ ਯੂਜ਼ ਕਰਨਾ ਸੀ ਤਾਂ ਉਹ ਸਾਰੇ ਕੰਪੋਨੈਂਟਸ 28 ਵੋਲਟ ਦੇ ਸੀ, ਪਰ ਜਦੋਂ ਹੀ ਇਹਨੂੰ ਅਪੋਲੋ 13 ਦੇ ਵਿੱਚ ਯੂਜ਼ ਕਰਨਾ ਸੀ ਤਾਂ ਇਹ ਸਾਰੇ ਦੇ ਸਾਰੇ ਕੰਪੋਨੈਂਟਸ ਨੂੰ ਬਦਲ ਕੇ 65 ਵੋਲਟ ਦਾ ਕਰ ਦਿੱਤਾ ਜਾਂਦਾ। ਤੇ ਇੱਥੇ ਹੀ ਇੱਕ ਗਲਤੀ ਹੁੰਦੀ ਹੈ, ਇੱਕ ਕੰਪੋਨੈਂਟ ਅਜਿਹਾ ਸੀ ਜਿਹੜਾ ਹਜੇ ਵੀ 28 ਵੋਲਟ ਦਾ ਸੀ। ਆਕਸੀਜਨ ਟੈਂਕ ਦਾ ਜਿਹੜਾ ਥਰਮੋਸਟੈਟ ਦਾ ਹਿੱਸਾ ਸੀ ਉਹ ਹਜੇ ਵੀ 28 ਵੋਲਟ ਦਾ ਸੀ, ਪਰ ਉਹਦੇ ਵਿੱਚ ਦੀ ਜਿਹੜਾ ਕਰੰਟ ਪਾਸ ਕੀਤਾ ਜਾਂਦਾ ਸੀ ਉਹ 65 ਵੋਲਟ ਦਾ ਕੀਤਾ ਜਾਂਦਾ ਸੀ, ਤੇ ਜਿਹਦੇ ਕਰਕੇ ਜਿਹੜੀਆਂ ਉਹਦੀਆਂ ਵਾਇਰ ਸੀਗੀਆਂ ਉਹ ਡੈਮੇਜ ਹੋ ਜਾਂਦੀਆਂ। ਤੇ ਜਦੋਂ ਹੀ ਜੈਕ ਸਵਾਈਗਟ ਕ੍ਰਾਇਓਸਟਰ ਕਰਨ ਦੇ ਲਈ ਸਵਿਚ ਆਨ ਕਰਦਾ ਤਾਂ ਸਪਾਰਕ ਦੇ ਕਾਰਨ ਪਿਓਰ ਆਕਸੀਜਨ ਹੋਣ ਦੇ ਕਰਕੇ ਉਸ ਟੈਂਕ ਦੇ ਵਿੱਚ ਬਲਾਸਟ ਹੁੰਦਾ ਤੇ ਇੱਕ ਨਿੱਕਾ ਜਿਹਾ ਕੰਪੋਨੈਂਟ ਐਡਾ ਵੱਡੇ ਮਿਸ਼ਨ ਨੂੰ ਫੇਲ ਕਰ ਦਿੰਦਾ। ਪਰ ਚੰਗੀ ਕਿਸਮਤ ਦੇ ਨਾਲ ਤਿੰਨਾਂ ਦੇ ਤਿੰਨੋਂ ਐਸਟਰੋਨੌਟਸ ਨੂੰ ਨਾਸਾ ਮਿਸ਼ਨ ਕੰਟਰੋਲ ਦੀ ਮਦਦ ਦੇ ਨਾਲ ਸਹੀ ਸਲਾਮਤ ਧਰਤੀ ਦੇ ਉੱਪਰ ਲੈਂਡ ਕਰਾਇਆ ਜਾਂਦਾ। ਇਸੇ ਹੀ ਗੱਲ ਦੇ ਕਰਕੇ ਇਸ ਮਿਸ਼ਨ ਨੂੰ ਨਾਸਾ ਦਾ ਸਕਸੈਸਫੁਲ ਫੇਲੀਅਰ ਕਿਹਾ ਜਾਂਦਾ। ਸਕਸੈਸਫੁਲ ਤਾਂ ਕਰਕੇ ਕਿ ਇਹ ਆਪਦੇ ਯਾਤਰੀਆਂ ਨੂੰ ਵਾਪਸ ਧਰਤੀ ਦੇ ਉੱਪਰ ਲਿਆਏ, ਫੇਲੀਅਰ ਤਾਂ ਕਰਕੇ ਕਿ ਇੱਕ ਗਲਤੀ ਦੇ ਕਰਕੇ ਇਹ ਐਡਾ ਵੱਡਾ ਮਿਸ਼ਨ ਫੇਲ ਹੋ ਗਿਆ। ਤੇ ਇਹ ਤਾਂ ਸੀ ਵੀਡੀਓ ਅਪੋਲੋ 13 ਦੇ ਬਾਰੇ ਕਿ ਕਿਸ ਤਰੀਕੇ ਦੇ ਨਾਲ ਇੱਕ ਨਿੱਕੀ ਜੀ ਗਲਤੀ ਦੇ ਕਰਕੇ ਐਡਾ ਵੱਡਾ ਮਿਸ਼ਨ ਫੇਲ ਹੋ ਗਿਆ। ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਇੱਕ ਨਿੱਕੀ ਜੀ ਸਵਿਚ ਦੇ ਨਾਲ 121 ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਕਿ ਕਿਸ ਤਰੀਕੇ ਦੇ ਨਾਲ ਜਹਾਜ਼ ਕ੍ਰੈਸ਼ ਕਰ ਜਾਂਦਾ। ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।